ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਜੱਸੀ ਗਿੱਲ, ਭਵਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਐਂਟੀਡਿਊਬ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨਾਂ ਤੋਂ। ਕਿਸਾਨ ਬਾਰਡਰਾਂ ਤੇ ਡਟੇ ਰਹਿਣਗੇ, ਬੈਠੇ ਰਹਿਣਗੇ ਜੀ। ਜੀ ਬਿਲਕੁਲ, ਕਿਸਾਨਾਂ ਦਾ ਜਿਹੜਾ ਨਵਾਂ ਆਇਆ ਪ੍ਰੋਗਰਾਮ ਫਿਲਹਾਲ, ਕਿਉਂਕਿ ਦੇਖੋ ਦਿੱਲੀ ਕੂਚ ਦਾ ਤਾਂ ਐਲਾਨ ਹੋਇਆ ਵਾ। ਵੈਸੇ ਸ਼ੁਭਕਰਨ ਸਿੰਘ ਦੇ ਭੋਗ ਨੂੰ ਉਡੀਕਦੇ ਸਨ ਸਾਰੇ ਕਿ ਸ਼ਾਇਦ ਨਵੇਂ ਸਿਰੇ ਤੋਂ ਪ੍ਰੋਗਰਾਮ ਜਿਹੜਾ ਦਿੱਤਾ ਜਾਏਗਾ। ਹੁਣ ਐਕਸ਼ਨ ਪ੍ਰੋਗਰਾਮ ਜਿਹੜਾ ਇਹਨਾਂ ਨੇ ਦਿੱਤਾ ਹੈ ਉਹਦੇ ਵਿੱਚ ਇਹ ਗੱਲ ਆਖੀ ਹੈ ਕਿ ਦਿੱਲੀ ਕੂਚ ਤੇ ਹੋਊਗਾ, ਪਰ ਉਹ ਦਿੱਲੀ ਕੂਚ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਹੋਵੇਗਾ। ਮਸਲਨ ਕਿ ਹਰਿਆਣਾ ਤੇ ਪੰਜਾਬ ਇੱਥੋਂ ਵਾਲੇ ਗਾਹ ਨਹੀਂ ਜਾਣਗੇ ਜੀ, ਬਲਕਿ ਜੋ ਦੂਸਰੀਆਂ ਸਟੇਟਾਂ ਦੇ ਕਿਸਾਨ ਆ, ਦੂਸਰੇ ਰਾਜਾਂ ਦੇ ਕਿਸਾਨ ਆ, ਉਹ ਦਿੱਲੀ ਆ ਜਾਣਗੇ। ਮਤਲਬ ਕਿ ਉਹਨਾਂ ਵਾਸਤੇ ਦਿੱਲੀ ਕੂਚ ਆ। ਤਾਂ ਕੁੱਲ ਮਿਲਾ ਕੇ ਆਪਾਂ ਆਖ ਸਕਦੇ ਹਾਂ ਕਿ ਜਿਹੜਾ ਹੁਣ ਪੰਧੇਰ ਡੱਲੇਵਾਲ ਹੋਰਾਂ ਵਾਲਾ ਮੋਰਚਾ ਹੈ, ਉਹਦੇ ਚ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਵਿਚਾਰ ਲਈ ਆ ਕਿ ਸਾਡਾ ਇੱਥੋਂ ਗਾਂਹ ਜਾਣਾ ਜਿਹੜਾ ਉਹ ਸ਼ਾਇਦ ਨੁਕਸਾਨਦਾਇਕ ਸਾਬਤ ਹੋਏਗਾ। ਇਹ ਗੱਲਾਂ ਮੈਂ ਤੁਹਾਨੂੰ ਵੈਸੇ ਪਹਿਲਾਂ ਵੀ ਦੱਸੀਆਂ ਸੀਗੀਆਂ ਕਿ ਇਹ ਮੁਸਲਸਲ ਦਬਾਅ ਦੇ ਹੇਠ ਆਈ ਗਿਆ ਕਿਉਂਕਿ ਨੁਕਸਾਨ ਹੋ ਗਿਆ। ਤੇ ਉਹ ਤੋਂ ਵੀ ਅਗਲੀ ਗੱਲ ਜਿਹੜੀ ਸੀਗੀ ਕਿ ਇਹਨਾਂ ਦਾ ਪਟਕ ਹੈ ਜਿਹੜਾ ਪਹਿਲਾਂ ਲੋਕਾਂ ਨੂੰ ਨਹੀਂ ਪਤਾ ਲੱਗਾ, ਪਰ ਜਦੋਂ ਜਨਤਕ ਤੌਰ ਤੇ ਪੀਸੀ ਹੋ ਗਈ, ਦੂਸ਼ਣਬਾਜ਼ੀ ਹੋ ਗਈ, ਅੱਡੋ ਅੱਡ ਕਾਲ ਆ ਗਈ, ਤਾਂ ਫਿਰ ਲੋਕ ਵੀ ਥੋੜੇ ਜਿਹੇ ਚੁਕੰਨੇ ਹੋਏ ਕਿ ਇਹ ਕੀ ਹੋ ਰਿਹਾ ਹੈ। ਅਸੀਂ ਤੇ ਦਿੱਲੀ ਵਾਲਾ ਹੀ ਕੰਮ ਸਮਝਿਆ ਸੀਗਾ, ਜਦ ਕਿ ਇਹ ਤੇ ਕਿਸਾਨ ਆਗੂ ਆਪਸ ਦੇ ਵਿੱਚ ਹੀ ਡੱਠੇ ਪਏ ਨੇ। ਕੱਲ ਵੀ ਵੇਖੋ ਨਾ, ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਹੈ ਉਹ ਆਈ ਆ ਇੱਕ ਵੀਡੀਓ, ਉਹਦੇ ਚ ਉਹ ਕਹਿੰਦੇ ਨੇ ਕਿ ਅਸੀਂ ਕੋਆਰਡੀਨੇਸ਼ਨ ਜਿਹੜੀ ਕਮੇਟੀ ਹੈ ਸੰਪਰਕ ਤੇ ਕੀਤਾ ਆ, ਪਰ ਮਿਨੀਮਮ ਏਕਤਾ ਤੇ ਹੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਸ਼ਰਤਾਂ ਦਿੱਤੀਆਂ ਨੇ। ਖਾਸ ਤੌਰ ਤੇ ਪੰਧੇਰ ਨੂੰ ਕਿਹਾ ਕਿ 26 ਜਨਵਰੀ ਵਾਲੀ ਗੱਲ ਦੇ ਪਹਿਲਾਂ ਤੇ ਮਾਫੀ ਮੰਗ। ਹੁਣ ਦੂਜੇ ਪਾਸੇ ਇਹ ਜਿਹੜੀ ਕਾਲ ਦਿੱਤੀ ਆ, ਇਹ ਤੋਂ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ 14 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਾਲ ਦਿੱਤੀ ਕਿ ਦਿੱਲੀ ਚਲੋ ਮਹਾ ਪੰਚਾਇਤ ਕਰਨੀ। ਯਾਨੀ ਹੁਣ ਤੁਸੀਂ ਵੇਖੋ, ਤਮਿਲਨਾਡੂ ਚੋਂ ਜੇ ਕਿਸਾਨ ਆ ਜਾਂਦਾ ਸਰਵਨ ਪੰਧੇਰ ਹੋਰਾਂ ਦੇ ਆਖੇ ਕਿ ਉਹ 6 ਨੂੰ ਇੱਥੇ ਆ ਕੇ ਪਹਿਲਾਂ ਤੇ ਕੱਲ ਹੀ ਤੁਰ ਪਿਆ ਹੋਊਗਾ ਵਿਚਾਰਾ ਟ੍ਰੇਨਾਂ ਤੋਂ, ਠੀਕ ਹੈ ਨਾ ਜੀ। 3 ਨੂੰ ਕਾਲ ਦੇ ਰਹੇ ਆ, ਉਹ ਤਾਂ ਫਿਰ ਮਤਲਬ ਉਦੋਂ ਹੀ ਚੱਲ ਪਿਆ ਹੋਊਗਾ ਖੜੇ ਪੈਰ, ਤੇ 5 ਨੂੰ ਪਹੁੰਚੇਗਾ, 5 ਜਾਂ 6 ਨੂੰ 6 ਨੂੰ ਜਾ ਕੇ ਫਿਰ ਉਹ 9 ਨੂੰ ਉੱਥੇ ਪਹੁੰਚੇਗਾ ਕਿ ਫਿਰ ਇੱਥੇ ਹੀ ਠਹਿਰ ਜਾਏਗਾ। 9-10 ਨੂੰ ਪਹੁੰਚ ਕੇ ਫਿਰ ਉਹ 13-14 ਨੂੰ ਫਿਰ ਚੱਲ ਪਾਏਗਾ, ਇਹ 16 ਨੂੰ ਫਿਰ ਮੈਂ ਆਵਾਂ। ਕਿਸਾਨ ਤੇ ਇੱਕ ਹੀ ਹੈ ਨਾ, ਹੁਣ ਕਾਲਾਂ 2 ਆ ਰਹੀਆਂ। ਇਹਨੂੰ ਮਤਲਬ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਪਰਿਸਥਿਤੀ ਹੈ ਇਸ ਵੇਲੇ।
ਔਰ ਤਮਿਲਨਾਡੂ ਚ ਕਿਸਾਨ ਦਾ ਆਉਣਾ ਬਹੁਤ ਔਖਾ, ਆਪਾਂ ਨੂੰ ਵੀ ਪਤਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਆ ਕਿ 3-4 ਦਿਨ ਤੱਕ ਕਈ ਕਿਸਾਨ ਆਗੂਆਂ ਨੂੰ ਰੇਲਾਂ ਤੇ ਲੰਘ ਜਾਣੇ ਨੇ। ਸਾਡੇ ਬੰਦੇ ਇੱਥੋਂ ਹਜ਼ੂਰ ਸਾਹਿਬ ਜਾਂਦੇ ਆ ਤੇ ਕਿੰਨਾ ਟਾਈਮ ਲੱਗਦਾ ਤੇ ਤਮਿਲਨਾਡੂ ਵਾਲਿਆਂ ਕਿੱਥੋਂ ਆਉਣਾ ਹੈ। ਮੈਂ ਇਹ ਗੱਲ ਸਮਝਾਉਣ ਦਾ ਯਤਨ ਕਰ ਰਿਹਾ ਜੀ ਜੀ, ਕਿਉਂਕਿ ਕਾਲ ਇੱਕ ਨੇ ਦੇ ਦਿੱਤੀ 6 ਦੀ ਪਹਿਲਾਂ ਹੀ, ਉਹਨਾਂ ਨੇ 14 ਦਾ ਦਿੱਤਾ ਸੀ ਪ੍ਰੋਗਰਾਮ, ਇਹਨਾਂ ਨੇ ਪਹਿਲਾਂ ਹੀ ਦੇ ਦਿੱਤਾ। ਤੇ ਉਹ ਵੀ ਕਿ ਆਪ ਅੱਗੇ ਨਹੀਂ ਵਧਾਂਗੇ, ਦੂਸਰੇ ਆਉਣਗੇ। ਸਵਾਲ ਤੇ ਵੱਡਾ ਇਹ ਆ ਨਾ ਕਿ ਜੇ ਦੂਸਰੇ ਹੀ ਸੱਦਣੇ ਸੀ ਕਿਤੇ ਪਹਿਲਾਂ ਹੀ ਤੁਸੀਂ ਇੱਕ ਇਸ ਤਰ੍ਹਾਂ ਦਾ ਤਾਲਮੇਲ ਬਿਠਾ ਕੇ ਇੱਕੋ ਵੇਲੇ ਸੱਦ ਲੈਂਦੇ। ਚੁਫੇਰਿਓ ਜੇ ਤੁਹਾਡਾ ਅੰਦੋਲਨ ਇੰਨਾ ਹੀ ਦੇਸ਼ ਵਿਆਪੀ ਆ ਤੇ ਫਿਰ ਤੇ ਮਸਲਾ ਹੀ ਹੱਲ ਸੀ ਕਿ ਚੁਫੇਰਿਓ ਤੁਸੀਂ ਘੇਰਾ ਘੱਤਦੇ ਦਿੱਲੀ ਨੂੰ ਤੇ ਆਪੇ ਕੋਈ ਮਸਲੇ ਦਾ ਹੱਲ ਹੁੰਦਾ। ਤੇ ਨਾਲੇ ਹੁਣ ਪਤਾ ਲੱਗ ਜਾਏਗਾ ਚਲੋ ਵੀ ਜਿਨ੍ਹਾਂ ਦੀ ਲੜਾਈ ਤੁਸੀਂ MSP ਦੀ ਲੜਨ ਡਏ ਹੋ, ਬਿਹਾਰ ਚੋਂ ਕਿੰਨੇ ਕੁ ਕਿਸਾਨ ਆਉਂਦੇ ਆ, ਤੇਲੰਗਾਨਾ ਚੋਂ ਕਿੰਨੇ ਕੁ ਆਉਂਦੇ ਆ, ਜੀ ਜੀ ਬਿਲਕੁਲ, ਬੰਗਾਲ ਚੋਂ ਕਿੰਨੇ ਕੁ ਆਉਂਦੇ ਆ, ਤਮਿਲਨਾਡੂ ਕੇਰਲਾ ਚੋਂ ਕਿੰਨੇ ਕੁ ਆਉਂਦੇ ਆ, ਮਹਾਰਾਸ਼ਟਰ ਚੋਂ ਕਿੰਨੇ ਕੁ ਆਉਂਦੇ ਆ, ਮੱਧ ਪ੍ਰਦੇਸ਼ ਚੋਂ ਕਿੰਨੇ ਕੁ ਆਉਂਦੇ ਆ, ਇਹ ਵੀ ਤਾਂ ਪਤਾ ਲੱਗੇਗਾ ਨਾ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ 2 ਪ੍ਰੋਗਰਾਮ ਆ ਜਾਂਦੇ ਆ। ਫਿਰ ਅੱਛਾ ਇਹਨਾਂ ਨੇ ਮੀਟਿੰਗ ਕੀਤੀ, ਉਹਨਾਂ ਨੇ ਫਾਰਮੂਲਾ ਦਿੱਤਾ, ਅਜੇ ਇਹਨਾਂ ਨੇ ਟਾਈਮ ਲਿਆ ਸੀਗਾ ਪੰਦੇਰ ਹੋਰਾਂ ਨੇ, ਤੇ SKM ਨੇ ਪਹਿਲਾਂ ਹੀ ਮੀਟਿੰਗ ਕਰਕੇ ਕਹਿ ਦਿੱਤਾ ਕਿ ਅਸੀਂ ਇਹ ਮਨਜ਼ੂਰ ਨਹੀਂ ਕਰਨਾ, ਉਹ 5 ਫਸਲਾਂ ਤੇ MSP ਵਾਲੀ। ਹੁਣ ਵੀ ਕੀ ਹੋ ਰਿਹਾ ਕਿ 0 FIR ਨੂੰ SKM ਨੇ ਨਕਾਰ ਦਿੱਤਾ। ਠੀਕ ਹੈ, ਉਹ ਕਹਿੰਦੇ ਜੀ ਕਿ ਅਣਪਛਾਤੇ ਬੰਦਿਆਂ ਤੇ FIR ਆ। ਮਤਲਬ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਟਹਿਰੇ ਚ ਕਿਹਨੂੰ ਖੜਾ ਕਰ ਰਹੇ ਆ ਕਿ ਤੁਸੀਂ ਸਰਕਾਰ ਨੂੰ ਰਿਲੀਫ ਦੇ ਦਿੱਤੀ ਹੈ, ਸਰਕਾਰ ਨੂੰ ਰਾਹਤ ਦੇਣ ਵਾਲੀ ਗੱਲ ਕਰ ਦਿੱਤੀ ਹੈ। ਤਾਂ ਮਤਲਬ ਕਿ ਆਪਸ ਦੇ ਵਿੱਚ ਵੀ ਖਿੱਚੋਤਾਣ ਜਿਹੜੀ ਆ ਉਹ ਇਸ ਤਰ੍ਹਾਂ ਸਾਹਮਣੇ ਆ ਗਈ ਆ। ਸੋ ਇਹ ਇਹਨਾਂ ਨੇ ਨਵਾਂ ਐਕਸ਼ਨ ਪ੍ਰੋਗਰਾਮ ਦਿੱਤਾ ਹੈ। ਬਾਕੀ ਵੇਖੋ ਹੁਣ ਇਹ ਤੇ ਸਵਾਲ ਹੋਣੇ ਆ, ਇਹ ਤਾਂ ਸਵਾਲ ਤੁਹਾਨੂੰ ਹੋਣੇ ਹੀ ਹੋਣੇ ਆ ਕਿ ਭੰਡੇਰ ਸਾਹਿਬ, ਡੱਲੇਵਾਲ ਸਾਹਿਬ, ਅੱਜ ਤੁਹਾਂ ਨੇ ਇਹ ਗੱਲ ਮੰਨ ਲਈ ਕਿ ਅੱਗੇ ਵਧਣਾ ਸ਼ਾਇਦ ਖਤਰੇ ਤੋਂ ਖਾਲੀ ਨਹੀਂ ਹੈ, ਸਾਡਾ ਨੁਕਸਾਨ ਹੋਰ ਹੋ ਸਕਦਾ ਹੈ। ਤੇ ਹਾਈ ਗੱਲਾਂ ਤੇ ਜਿਹੜੀਆਂ ਸੀ ਉਹ 3-4 ਦਿਨ ਪਹਿਲਾਂ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਦੱਸ ਦਿੱਤੀਆਂ ਹੋਣਗੀਆਂ। ਸਹੀ ਹੈ, ਅਸੀਂ ਵੀ ਰੌਲਾ ਪਾਉਂਦੇ ਸਾਂ ਕਿ ਐਤਕੀ ਦੀਆਂ ਤਿਆਰੀਆਂ ਕੁਝ ਜੁਦਾ ਨੇ, ਵੱਖਰੀਆਂ ਨੇ, ਲਹਿਦਾ ਨੇ ਜੀ। ਫਿਰ ਪਹਿਲੇ ਦਿਨ ਦੇ ਭੇੜ ਤੋਂ ਬਾਅਦ ਵੀ ਤੁਹਾਨੂੰ ਸਮਝ ਨਹੀਂ ਆਈ। ਬਈ ਅੱਜ ਮੈਂ ਨਹੀਂ ਕਹਿੰਦਾ ਕਿ ਜਾ ਕੇ ਉੱਥੇ 200-300 ਬੰਦਾ ਮਰਵਾ ਦਿਓ, ਪ੍ਰਵੀਨ ਜੀ, ਐਸਾ ਨਹੀਂ ਹੈ ਕਿ ਇਹੀ ਤੇ ਚੀਜ਼ ਅਸੀਂ ਇਹੀ ਤੇ ਲੀਡਰਸ਼ਿਪ ਤੋਂ ਚਾਹੁੰਦੇ ਆ ਨਾ ਕਿ ਘੱਟ ਤੋਂ ਘੱਟ ਨੁਕਸਾਨ ਤੇ ਵੱਧ ਤੋਂ ਵੱਧ ਪ੍ਰਾਪਤੀ। ਜੀ ਬਿਲਕੁਲ, ਇਹੀ ਲੀਡਰਸ਼ਿਪ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਨੁਕਸਾਨ ਬਿਲਕੁਲ ਘੱਟ ਹੋਵੇ। ਨੁਕਸਾਨ ਤਾਂ ਹੋਣਾ ਹੀ ਹੋਣਾ ਹੈ ਜੀ। ਦੇਖੋ ਜਿੰਨੇ ਆਪਣੇ ਉੱਥੇ ਬੰਦੇ ਬੈਠੇ ਆ, ਜੇ ਆਪਾਂ ਉਹਨਾਂ ਦਾ ਹੀ ਲਾ ਲਈਏ, ਟਾਈਮ ਜਿਹੜਾ ਆ ਉਹੀ ਲਾ ਲਈਏ, ਉਹ ਵੀ ਨੁਕਸਾਨ ਆ। ਇੰਟਰਨੈਟ ਬੰਦ ਹੋਏਗਾ, ਉਹ ਵੀ ਨੁਕਸਾਨ ਆ। ਕੋਈ ਸੜਕ ਬਲੌਕ ਹੈ, ਉਹ ਵੀ ਨੁਕਸਾਨ ਆ। ਜੇ ਕੋਈ ਸਾਡਾ ਬੰਦਾ ਮਰੇਗਾ, ਉਹ ਤਾਂ ਹੈ ਹੀ ਹੈ, ਉਹਦਾ ਤੇ ਘਾਟਾ ਕੋਈ ਪੂਰਾ ਹੋ ਹੀ ਨਹੀਂ ਸਕਦਾ। ਤਾਂ ਮੇਰੇ ਕਹਿਣ ਦਾ ਭਾਵ ਇਹੋ ਹੈ ਕਿ ਬਈ ਇਹੀ ਅਸੀਂ ਚਾਹੁੰਦੇ ਹਾਂ ਕਿ ਨੁਕਸਾਨ ਘੱਟ ਕਰਾ ਕੇ ਆਪਣੀਆਂ ਪ੍ਰਾਪਤੀਆਂ ਜ਼ਿਆਦੀਆਂ ਤੁਸੀਂ ਦਰਜ ਕਰੋ, ਤਾਂ ਗੱਲ ਚੱਲੇਗੀ। ਖੈਰ, ਇਹ ਹੁਣ ਪ੍ਰੋਗਰਾਮ ਆ ਗਿਆ, 6 ਨੂੰ ਦਿੱਲੀ ਕੂਚਦਾ ਤੇ ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਰੇਲ ਰੋਕੋ, ਉਹ ਹੈਗਾ 10 ਨੂੰ। ਤੇ ਰੇਲਾਂ ਵੀ ਵੇਖੋ ਪੰਜਾਬ 'ਚ ਹੀ ਰੁਕਣੀਆਂ ਨੇ, ਪੂਰੇ ਇੰਡੀਆ 'ਚ। ਜਿੰਨਾ ਕੋ ਮੈਂ 12 ਤੋਂ 4 ਦਾ ਸ਼ਾਇਦ ਪ੍ਰੋਗਰਾਮ ਆ। ਤੇ ਇਹ 2 ਪ੍ਰੋਗਰਾਮ ਜਿਹੜੇ ਆ ਹੁਣ ਨਿਕਲੇ ਨੇ। ਤੇ ਇਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ SKM ਜਿਹੜਾ ਰਾਜੇਵਾਲ ਹੋਰਾਂ ਦਾ, ਉਹ ਜਾਣਗੇ 14 ਨੂੰ ਉੱਥੇ। ਤੇ ਜਦੋਂ ਇਹ ਸਾਰੀਆਂ ਕਸਰਤਾਂ ਹੋ ਰਹੀਆਂ ਹੋਣਗੀਆਂ, 10 ਵਾਲੇ ਜਾਂ 14 ਵਾਲੇ ਵੀ ਐਕਸ਼ਨ ਪ੍ਰੋਗਰਾਮ ਹੋ ਰਹੇ ਹੋਣਗੇ, ਤਦ ਤੱਕ ਹੋ ਸਕਦਾ ਚੋਣ ਕਮਿਸ਼ਨ ਕੋਡ ਆਫ ਕੰਡਕਟ ਲਾ ਦੇ ਜਾਂ ਬਿਲਕੁਲ ਲੱਗਣ ਤੇ ਇਹ ਮੁਹਾਰ ਤੇ ਹੋ ਜਾਏਗਾ। ਜੀ, ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਚੋਣ ਕਮਿਸ਼ਨ ਦੀ ਤਬਾਦਲਿਆਂ ਤੇ ਹੋਰ ਵੀ ਸਖਤ ਹੋਇਆ ਕਮਿਸ਼ਨ। ਹਾਂਜੀ, ਚੋਣਾਂ ਦੀ ਗੱਲ ਚੱਲ ਰਹੀ ਹੈ, ਚੋਣਾਂ ਦੀ ਰੁੱਤ ਆ। ਤੇ ਦੇਖੋ, ਚੋਣ ਕਮਿਸ਼ਨ ਜਿਹੜਾ ਹੈ ਉਹ ਸਖਤ ਇਸ ਤਰ੍ਹਾਂ ਹੀ ਹੁੰਦਾ ਆ। ਜਿਹੜੀਆਂ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ ਭਾਜਪਾ ਵਾਲਿਆਂ ਦੀਆਂ, ਉੱਥੇ ਕੁਝ ਜ਼ਿਆਦਾ ਹੀ ਸਖਤ ਹੋ ਜਾਣਗੇ। ਜਿੱਥੇ ਉਹਨਾਂ ਦੀ ਸਰਕਾਰ ਚੱਲਦੀ ਆ ਭਾਜਪਾ ਵਾਲਿਆਂ ਦੀ, ਉੱਥੇ ਨਰਮ ਰਹਿੰਦੇ ਆ।
ਇਹਨਾਂ ਨੇ ਤੇ ਜਦੋਂ ਅਸ਼ੋਕ ਲਵਾਸਾ ਨੇ ਜਿਹੜੇ ਚੋਣ ਕਮਿਸ਼ਨਰ ਸੀਗੇ ਉਹਨਾਂ ਨੇ ਦਰਜ ਕੀਤਾ ਕਿ ਬਈ ਪ੍ਰਧਾਨ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ ਬਣਦੀ ਆ, ਉਸ ਤੋਂ ਬਾਅਦ ਅਸ਼ੋਕ ਲਵਾਸਾ ਦੀ ਕਿਵੇਂ ਵਾਟ ਲਵਾਈ ਸੀ ਇਹਨਾਂ ਨੇ ਜੀ, ਉਹਦੀ ਪਤਨੀ ਦੀ ਵੀ ਜਾਂਚ ਖੋਲ ਦਿੱਤੀ। ਕੋਈ ਬੰਦਾ ਉਹਦੇ ਹੱਕ 'ਚ ਨਹੀਂ ਖਲੋਤਾ। ਅੱਜ ਅਸ਼ੋਕ ਲਵਾਸਾ ਕਿੱਥੇ ਹਨ ਕਿਸੇ ਨੂੰ ਕੋਈ ਪਤਾ ਨਹੀਂ। ਉਹਨਾਂ ਦੀ ਬੇਟੀ ਨੇ ਵੀ ਇੱਕ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਸੀ ਜਦੋਂ ਪੱਤਰਕਾਰਾਂ ਨੂੰ ਗਿਫਟ ਵੰਡੇ ਗਏ ਸਨ, ਪੈਸੇ ਦਿੱਤੇ ਗਏ ਸੀਗੇ ਲਦਾਖ 'ਚ ਜੀ। ਮਤਲਬ ਕਿ ਇਹ ਸਾਰਾ ਕੁਛ ਆ। ਮੈਂ ਇੱਕ ਮਿਸਾਲ ਦੇ ਕੇ ਤੁਹਾਨੂੰ ਸਮਝਾਇਆ ਕਿ ਜੇ ਹੋਣਾ ਹੋਵੇ ਤੇ ਬਹੁਤ ਕੁਝ ਹੋ ਜਾਂਦਾ। TN ਸੈਸ਼ਨ ਨੇ ਨੇਰੀ ਲਿਆ ਦਿੱਤੀ ਸੀ, ਕੱਲੇ ਨੇ ਜੀ ਜੀ ਨੇਰੀ ਲਿਆ ਦਿੱਤੀ ਸੀ। ਅਸੀਂ ਛੋਟੇ ਛੋਟੇ ਹੁੰਦੇ ਨੇ ਉਹ ਦੌਰ ਵੇਖਿਆ। ਸੈਸ਼ਨ ਨਾ ਉਸ ਤੋਂ ਬਾਅਦ ਆਇਆ ਤੇ ਨਾ ਹੁਣ ਆਉਣ ਦੀ ਉਮੀਦ ਆ। ਤਾਂ ਗੱਲ ਇਹ ਆ ਕਿ ਇਹ ਜਿੱਥੇ ਜਿੱਥੇ ਸਰਕਾਰਾਂ ਦੂਜਿਆਂ ਦੀਆਂ ਹੈਗੀਆਂ ਵੈਸੇ ਫਾਰਮੈਲਿਟੀਆਂ ਹੁੰਦੀਆਂ ਨੇ। ਇਹਨਾਂ ਨੇ ਪਹਿਲਾਂ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀਗਾ ਕਿ ਤਬਾਦਲੇ ਕਰੋ। ਅੱਛਾ, ਕੰਮ ਨੇਪਰੇ ਚਾੜਨ ਲਈ ਕਹਿੰਦੇ ਸੀ ਕਿ ਇਸ ਕੰਮ ਦੇ ਵਿੱਚ ਜੁੜਿਆ ਕੋਈ ਵੀ ਅਧਿਕਾਰੀ ਆਪਣੇ ਗ੍ਰਹਿ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਜਿਹੜਾ ਹੋਏਗਾ ਤਾਂ ਲੋਕ ਸਭਾ ਹਲਕੇ 'ਚ ਤਾਇਨਾਤ ਨਾ ਹੋਵੇ। ਠੀਕ ਹੈ ਜੀ। ਪੰਜਾਬ ਪੁਲਿਸ ਨੇ ਤੇਜ਼ੀ ਵਿਖਾਈ। ਇਸ ਤੋਂ ਬਾਅਦ ਤੇ DSP ਰੈਂਕ ਤੱਕ ਦੇ ਜਿਹੜੇ ਅਫਸਰ ਸੀ ਉਹਨਾਂ ਦੀਆਂ ਬਦਲੀਆਂ ਨੂੰ ਚੋਣ ਕਮਿਸ਼ਨ ਦੀ ਇਸ ਨਵੀਂ ਰਣਨੀਤੀ ਨਾਲ ਆਪਾਂ ਜੋੜ ਕੇ ਦੇਖ ਸਕਦੇ ਆ ਕਿ ਭਾਈ ਚੋਣ ਕਮਿਸ਼ਨ ਜਿਹੜਾ ਉਹ ਸਖਤ ਆ। ਮਿਸਾਲ ਦੇ ਤੌਰ ਤੇ ਹੁਣ ਜੇ ਆਪਾਂ ਦੇਖੀਏ ਮੁਕਤਸਰ ਜ਼ਿਲ੍ਹੇ ਤੋਂ ਹੀ ਇੱਕ ਡਿਪਟੀ ਬਦਲ ਕੇ ਪਟਿਆਲਾ ਭੇਜਿਆ ਗਿਆ। ਠੀਕ ਹੈ ਜੀ। ਜਦਕਿ ਕੁਝ ਸਮਾਂ ਪਹਿਲਾਂ ਫਾਜ਼ਿਲਕਾ ਜ਼ਿਲ੍ਹੇ ਤੋਂ ਬਦਲ ਕੇ ਆਇਆ ਸੀ। ਇੱਥੇ ਇੱਕ ਗੱਲ ਜਿਹੜੀ ਆ ਕਿਉਂਕਿ ਇਉਂ ਲੱਗਦਾ ਨਾ ਕਿ ਜਿਹੜੀਆਂ ਪਹਿਲੀਆਂ ਬਦਲੀਆਂ ਹੋਈਆਂ ਉਹ ਕਿਤੇ ਨਾ ਕਿਤੇ ਥੋੜੀਆਂ ਜਿਹੀਆਂ ਕਹਿ ਲਓ ਕਿ ਸਰਕਾਰ ਦੀਆਂ ਚਲਾਕੀਆਂ ਵਾਲੀਆਂ ਸੀ। ਜਿਵੇਂ ਹੁਣ ਗੱਲ ਕਰੀਏ ਆਪਾਂ ਮਿਸਾਲ ਲੈ ਰਹੇ ਸੀਗੇ ਫਾਜ਼ਿਲਕਾ ਜ਼ਿਲ੍ਹੇ ਚੋਂ ਬਦਲ ਕੇ ਆਇਆ ਸੀ। ਇਹ ਦੋਵੇਂ ਹਲਕੇ ਕਿਹਦੇ 'ਚ ਪੈਂਦੇ ਆ? ਫਿਰੋਜ਼ਪੁਰ 'ਚ। ਜੀ ਸਮਝ ਗਏ ਨਾ ਤੁਸੀਂ? ਫਾਜ਼ਿਲਕਾ ਵੀ ਫਿਰੋਜ਼ਪੁਰ 'ਚ ਆ ਗਿਆ ਤੇ ਮੁਕਤਸਰ ਵੀ। ਹੁਣ ਪਟਿਆਲਾ ਜਿਹੜਾ ਵੱਖਰਾ ਹੋ ਗਿਆ। ਤਾਂ ਚੋਣ ਕਮਿਸ਼ਨ ਇਸ ਤਰ੍ਹਾਂ ਦੀਆਂ ਸਖਤੀਆਂ ਜਿਹੜੀਆਂ ਕਰ ਰਿਹਾ ਹੈ ਕਿ ਬਈ ਏਦਾਂ ਨਹੀਂ ਹੈ ਕਿ ਤੁਸੀਂ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਬਦਲ ਕੇ ਤੇ ਲੋਕ ਸਭਾ ਹਲਕਾ ਉਹੀ ਰਹਿਣ ਦਿਓ, ਐਸਾ ਨਹੀਂ ਚੱਲੇਗਾ। ਸੋ ਇਸ ਕਰਕੇ ਜਿਵੇਂ ਬਠਿੰਡਾ ਤੋਂ ਇੱਕ ਇਹਨਾਂ ਨੇ ਮਾਨਸਾ ਬਦਲਿਆ ਸੀ DSP, ਪਰ ਹੁਣ ਉਹਦੀ ਨਵੀਂ ਬਦਲੀ ਜਿਹੜੀ ਹੋਈ ਆ ਉਹ ਹੋ ਗਈ ਬਰਨਾਲਾ 'ਚ। ਮਤਲਬ ਕਿ ਇਦਾਂ ਹੀ ਲੱਗਦਾ ਕਿ ਚੋਣ ਕਮਿਸ਼ਨ ਜਿਹੜਾ ਹੈ ਨਾ ਉਹ ਜ਼ਿਆਦਾ ਸਖਤੀ ਇਸੇ ਕਰਕੇ ਪੰਜਾਬ 'ਚ ਕਰ ਰਿਹਾ ਕਿ ਇੱਥੇ ਚਲਾਕੀ ਵੀ ਕੀਤੀ ਗਈ ਕਿਉਂਕਿ ਬਠਿੰਡਾ ਤੇ ਮਾਨਸਾ ਜਿਹੜਾ ਉਹ ਤੇ ਲੋਕ ਸਭਾ ਹਲਕਾ ਇੱਕੋ ਹੈ ਨਾ ਬਠਿੰਡਾ, ਤਾਂ ਬਠਿੰਡੇ ਤੋਂ ਬਦਲ ਕੇ ਮਾਨਸਾ ਕਰ ਦਿੱਤਾ ਗਿਆ। ਤਾਂ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਬਰਨਾਲਾ ਠੀਕ ਰਹਿ ਗਿਆ। ਤਾਂ ਮਤਲਬ ਕਿ ਸਖਤੀ ਵੇਖਣ ਨੂੰ ਮਿਲ ਰਹੀ ਹੈ। ਇਹਨਾਂ ਤਬਾਦਲਿਆਂ ਤੋਂ ਕਿਤੇ ਨਾ ਕਿਤੇ ਚਲਕਾਰਾ ਮਿਲਦਾ ਹੈ। ਤਾਂ ਕੁਝ ਸੰਵੇਦਨਸ਼ੀਲ ਹਲਕਿਆਂ ਦੀ ਪਛਾਣ ਹੋਊਗੀ, ਉਹ ਸਾਰਾ ਕੁਝ ਹੋਣਾ। ਯਾਨੀ ਜਿੰਨੀਆਂ ਵੀ ਇਹ ਚੱਲਦੀਆਂ ਪਈਆਂ ਨੇ ਇਸ ਵੇਲੇ ਕਸਰਤਾਂ, ਉਹਦਾ ਸੰਕੇਤ ਮੈਂ ਤੁਹਾਨੂੰ ਅੱਗੇ ਦੇ ਹੀ ਦਿੱਤਾ ਕਿ ਹੁਣ ਬਿਲਕੁਲ ਕੋਡ ਆਫ ਕੰਡਕਟ ਜਿਹੜਾ ਹੈ ਉਹ ਬਸ ਗਿਣਵੇਂ ਚੁਣਵੇਂ ਦਿਨਾਂ ਦਾ ਮਹਿਮਾਨ ਹੈ, ਕਿਸੇ ਵੇਲੇ ਵੀ ਆ ਸਕਦਾ ਹੈ। ਵੈਸੇ ਉਹ ਕਹਿੰਦੇ ਨੇ ਇਹ ਬਸ ਗਿਣਤੀ ਦੇ ਦਿਨਾਂ ਦਾ ਹੀ ਮਹਿਮਾਨ ਹੈ, ਉਹ ਕੰਮ 'ਚ ਨਹੀਂ। ਮੈਂ ਕਹਿ ਰਿਹਾ ਕਿ ਬਈ ਇਹ ਹੁਣ ਕੁਝ ਗਿਣਤੀ ਦੇ ਦਿਨ ਨਹੀਂ ਜਾਂਦੇ ਆ ਕਿ ਚੋਣ ਕਮਿਸ਼ਨ ਦਾ ਕੋਡ ਆਫ ਕੰਡਕਟ ਲਾਗੂ ਹੋ ਸਕਦਾ ਹੈ। ਜੀ। ਤੇ ਮਿੰਟੂ ਜੀ ਸਦਨ ਦੇ ਵਿੱਚ ਕਹਿੰਦੇ ਰੱਜ ਕੀ ਹੋਇਆ ਬਵਾਲ ਜੀ? ਦੇਖੋ ਅੱਜ ਜੋ ਉੱਥੇ ਹੋਇਆ ਉਹਨੂੰ ਬਵਾਲ ਘੱਟ ਕਹੀਏ ਤੇ ਮੈਂ ਤਾਂ ਇਹ ਕਹੂੰਗਾ ਕਿ ਇਸ ਤਰ੍ਹਾਂ ਦਾ ਹਾਲ ਆ ਕਿ ਲੋਕ ਹੁਣ ਛੇਤੀ ਮੈਨੂੰ ਲੱਗਦਾ ਕਿ ਏਦਾਂ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਾਰਵਾਈ ਚੱਲਿਆ ਕਰੇਗੀ ਤਾਂ ਜਵਾਕਾਂ ਨੂੰ ਕਿਆ ਕਰਨਗੇ ਕਿ ਟੈਲੀਵਿਜ਼ਨ ਛੇਤੀ ਨਾਲ ਬੰਦ ਕਰ ਦਿਓ। ਹੋ ਸਕਦਾ ਕਾਰਵਾਈ ਕੁਝ ਕੁ ਸਾਲਾਂ ਬਾਅਦ ਦੇ ਪਰਿਵਾਰ ਨਾਲ ਦੇਖਣ ਵਾਲੀ ਨਾ ਰਹੇ। ਸਮਝਦੇ ਨਾ ਕਿਸ ਤਰ੍ਹਾਂ ਦੇ, ਜਿਵੇਂ ਫਿਲਮ ਕਈ ਹੁੰਦੀਆਂ ਪਰਿਵਾਰ ਨਾਲ ਕਹਿੰਦੇ ਨਹੀਂ ਦੇਖੀਆਂ ਜਾ ਸਕਦੀ। ਇਹ ਜੋ ਹਾਲ ਹੋਇਆ ਪਿਆ ਇਹ ਸਿਆਸਤ ਦਾ, ਸਾਡੀ ਸਿਆਸਤ ਦੀ ਜੋ ਜਿੱਦਾਂ ਕਹਿ ਲਈਏ ਨਾ ਕਿ ਇੱਕ ਜਨਾਜ਼ੇ ਵਾਲੀ ਤਸਵੀਰ ਪੇਸ਼ ਕਰਦੀ ਹੈ ਕਿ ਜੋ ਸਾਡੀ ਸਿਆਸਤ ਦੀ ਇਸ ਵੇਲੇ ਸਾਨੂੰ ਡਿਮਾਂਡ ਆ, ਸਾਡੀ ਮੰਗ ਆ, ਲੋੜ ਆ
ਪਰ ਜੋ ਰਾਜਨੀਤੀ ਸਾਨੂੰ ਦਿਖਾ ਰਹੀ ਹੈ ਤੇ ਐਕਚੁਅਲ ਚ ਮੈਨੂੰ ਲੱਗਦਾ ਕਿ ਰਾਜਨੀਤੀ ਦਾ ਜਨਾਜ਼ਾ ਨਹੀਂ, ਇਹ ਸਾਡੀਆਂ ਉਮੀਦਾਂ ਦਾ ਜਨਾਜ਼ਾ। ਪਹਿਲਾਂ ਕਾਂਗਰਸ ਆਪੋਜੀਸ਼ਨ ਹੁੰਦੀ ਸੀ, ਕਾਂਗਰਸੀ ਸੱਤਾ ਚਾਹੇ ਉਹਨਾਂ ਨੇ ਅਈਓ ਕੁਝ ਕੀਤਾ। ਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਸੀ, ਫਿਰ ਹੁਣ ਆ ਕੇ ਇਹਨਾਂ ਨੇ ਸ਼ੁਰੂ ਕਰ ਦਿੱਤਾ। ਤੁਸੀਂ ਦੇਖੋ ਕਿ ਮੁੱਖ ਮੰਤਰੀ, ਯਾਰ ਮੈਂ ਤੇ ਹੈਰਾਨ ਆ ਕਿ ਜਿੰਦਰੇ ਚੁੱਕੀ ਫਿਰਦਾ ਉੱਥੇ। ਇਹ ਕੋਈ ਮਤਲਬ ਕਿ ਕਬਾੜਖਾਨਾ, ਅੱਧਾ ਕਿਲੋ ਲੋਹਾ ਪਾ ਕੇ ਜੈਕਟ ਦੇ ਵਿੱਚ ਤੁਰਿਆ ਫਿਰਦਾ ਮੁੱਖ ਮੰਤਰੀ। ਸਪੀਕਰ ਨੂੰ ਵੀ ਦੇ ਦਿੱਤਾ ਕਿ ਤਾਲਾ ਲਾ ਦਿਓ ਜੀ ਸਦਨ ਨੂੰ, ਇਹ ਭੱਜਣਗੇ। ਤੇ ਸਪੀਕਰ ਵੀ ਜੀ ਜਿਹੜੇ ਆ ਉਹ ਮਤਲਬ ਕਿ ਹੱਸ ਕੇ ਤੇ ਇਹ ਕੀ ਹੈ ਜੀ, ਇਹ ਕੀ ਹੈ ਜੀ, ਜੀ ਲਿਫਾਫੇ ਚ ਪਾ ਕੇ ਤੇ ਜਿੰਦਰਾ ਘੱਲਿਆ। ਫਿਰ ਜਦੋਂ ਫਸ ਗਿਆ ਕਸੂਤੇ ਤੇ ਫਿਰ ਕਹਿਣਾ ਪਿਆ ਸਪੀਕਰ ਸਾਹਿਬ ਨੂੰ ਕਿ ਤੇ ਚਿੰਨ੍ਹਾਤਮਕ ਆ, ਤੇ ਚਿੰਨ੍ਹਾਤਮਕ ਮੈਂ ਕਿਹਾ ਕਿਸੇ ਦਿਨ ਇਹ ਪਿਸਟਲ ਵੀ ਲੈ ਆਇਓ। ਸਹੀ ਗੱਲ ਹੈ, ਇਹ ਗਨ ਵੀ ਲੈ ਆਇਓ ਵੀ ਜੇ ਕੋਈ ਉੜੀ ਥੋੜੀ ਕਰੇਗਾ। ਅਸੀਂ ਇਹੋ ਜਿਹੀ ਇੱਕ ਚੀਜ਼ ਹੁੰਦੀ ਉਹਦੇ ਨਾਲ ਘੋੜਾ ਵੀ ਰੱਬ ਦਿੰਦੇ ਹੁੰਦੇ ਆ। ਇਹ ਕੋਈ ਹੈ ਹਾਲ ਹੈ। ਚਿੰਨ੍ਹਾਤਮਕ ਦਾ ਵੀ ਕੋਈ ਮਿਆਰ ਹੈਗਾ ਕਿ ਨਹੀਂ ਹੈਗਾ? ਹਾਂਜੀ, ਮੈਂ ਕਿਹਾ ਜੇ ਚਿੰਨ੍ਹਾਤਮਕ ਵੀ ਹੈ ਮਿੰਟੂ ਜੀ, ਉਹਦਾ ਵੀ ਤਾਂ ਕੋਈ ਨਾ ਕੋਈ ਤਾਂ ਮਿਆਰ ਹੋਣਾ ਹੀ ਚਾਹੀਦਾ। ਇਹ ਥੋੜਾ ਕਿ ਹਰ ਚੀਜ਼ ਹੀ ਚੱਕ ਲਿਆਉਂਗੇ ਚਿੰਨ੍ਹਾਤਮਕ ਆ ਤਾਂ। ਨਹੀਂ, ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਤਾਲਾਬੰਦ ਕਿਵੇਂ ਕਰ ਸਕਦੇ ਹੋ ਬਾਈ? ਬਿਲਕੁਲ ਜੀ, ਬਿਲਕੁਲ ਜੀ। ਐਮਐਲਏ ਹੀ ਸਪੀਕਰ ਬਣਦਾ, ਐਮਐਲਏ ਹੀ ਮੁੱਖ ਮੰਤਰੀ ਬਣਦਾ। ਬਿਲਕੁਲ। ਤਾਂ ਗੱਲ ਇਹ ਆ ਕਿ ਤੁਸੀਂ ਇਹ ਜਿਸ ਰਸਤੇ ਪੈ ਕੇ, ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ, ਇਸ ਬਵਾਲ ਤੇ ਆਪਾਂ 50-55 ਮਿੰਟ ਵੀ ਕਮੈਂਟਰੀ ਕਰ ਸਕਦੇ ਆ। ਜੀ ਜੀ, ਕੋਈ ਚੱਕਰ ਨਹੀਂ ਹੈ। ਗੱਲ 100 ਤਰਸਾ ਸਿਰੇ ਤੇ ਕਹਿੰਦਾ। ਮਾਨ ਸਾਹਿਬ ਫਸਦੇ ਸਨ ਸ਼ੁਭਕਰਨ ਸਿੰਘ ਵਾਲੇ ਮਸਲੇ ਤੇ ਜੀ। ਬਾਜਵਾ ਹੋਰਾਂ ਕੋਲ ਵੀ ਮੁੱਦਾ ਇਹੋ ਹੀ ਆ ਕਿ ਇਮੋਸ਼ਨਲੀ ਜਿਹੜਾ ਮੁੱਦਾ ਹਰੇਕ ਪੰਜਾਬੀ ਨਾਲ ਜੁੜਿਆ ਉਹ ਚੁੱਕ ਲਓ। ਪਰ ਵਿਰੋਧੀ ਧਿਰ ਹਮੇਸ਼ਾ ਘੇਰਦੀ ਹੁੰਦੀ ਆ ਜੀ। ਜ਼ਿੰਮੇਵਾਰੀ ਹੁੰਦੀ ਹੈ ਪ੍ਰਵੀਨ ਜੀ ਸੱਤਾਧਾਰੀ ਧਿਰ ਦੀ। ਬਿਲਕੁਲ ਜੀ, ਬਿਲਕੁਲ। ਉਹਨਾਂ ਨੇ ਸੁਚਾਰੂ ਢੰਗ ਨਾਲ ਉਹ ਸਾਰੂ ਚੀਜ਼ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ ਹੈ, ਉਹਨਾਂ ਨੂੰ ਵੱਡਾ ਦਿਲ ਦਿਖਾਉਣਾ ਪੈਂਦਾ ਹੈ। ਅੱਜ ਵਾਲੀ ਬਹਿਸ ਸ਼ੁਰੂਆਤ ਹੋਈ ਜਿੰਦਰੇ ਤੋਂ ਜੀ। ਫਿਰ ਤੂੰ ਮੈਂ ਤੇ ਸਪੀਕਰ ਕਹਿ ਰਹੇ ਆ ਕਿ ਸਪੀਚ ਪੂਰੀ ਕਰੋ ਮਾਨ ਸਾਹਿਬ, ਯਾਨੀ ਮਾਨਯੋਗ ਮੁੱਖ ਮੰਤਰੀ ਸਾਹਿਬ। ਉਹ ਸਪੀਕਰ ਦੀ ਵੀ ਗੱਲ ਨਹੀਂ ਮੰਨਦੇ। ਵਿੱਚ ਸਿੱਧੂ ਜਿਹੜਾ ਇਸ ਵੇਲੇ ਸਦਨ ਦਾ ਹਿੱਸਾ ਹੀ ਨਹੀਂ ਹੈ, ਉਹਦੇ ਤੇ ਨਿਸ਼ਾਨੇ। ਰਾਜਾ ਵੜਿੰਗ, ਮੈਂ ਤੇਰੀ ਜਾਂਚ ਕਰਵਾਉਣੀ ਹੈ ਭਾਈ, 2 ਸਾਲ ਹੋ ਗਏ, ਕਿਸਨੇ ਰੋਕਿਆ ਤੁਹਾਨੂੰ? ਸਹੀ ਹੈ, ਬਿਲਕੁਲ। ਕਿਸਨੇ ਰੋਕਿਆ, ਕਿਸਨੇ ਟੋਕਿਆ ਤੁਹਾਨੂੰ, ਕਿਸਨੇ ਵਰਜਿਆ? ਤਾਂ ਇਸ ਤਰ੍ਹਾਂ ਮਤਲਬ ਕਿ ਠੀਕ ਆ, ਵਿਰੋਧੀ ਧਿਰ ਦੀ ਭੂਮਿਕਾ ਤੇ ਵੀ ਅੱਡ ਇੱਕ ਆਪਾਂ ਬਹਿਸ ਕਰ ਸਕਦੇ ਹਾਂ। ਪਰ ਮੈਂ ਜਿਵੇਂ ਕਿਹਾ ਕਿ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈ ਉਹ ਹੋ ਜਾਂਦੀ ਹੈ ਸੱਤਾਧਾਰੀ ਧਿਰ ਦੀ। ਤਾਂ ਜੋ ਹੋਇਆ ਉਹ ਤੁਸੀਂ ਸਾਰਿਆਂ ਨੇ ਵੇਖਿਆ ਹੀ ਆ। ਮੁੱਖ ਮੰਤਰੀ ਸਾਹਿਬ ਦੇ ਤੇਵਰ, ਮੁੱਖ ਮੰਤਰੀ ਸਾਹਿਬ ਦੇ ਮੇਰੀਆਂ ਅੱਖਾਂ ਚ ਅੱਖਾਂ ਪਾ, ਲੈ ਦੱਸੋ ਅੱਖਾਂ ਚ ਅੱਖਾਂ ਪਾ, ਇਹ ਕੋਈ ਆਸ਼ਕ ਮਸ਼ੂਕ ਉੱਥੇ ਮੇਰੀਆਂ ਅੱਖਾਂ ਚ ਅੱਖਾਂ, ਤੈਨੂੰ ਕੀ ਦਿਸਦਾ ਜੀ? ਉਹਨੇ ਗਿੱਡਾਂ ਦਿਸਦੀਆਂ, ਹੋਰ ਕੀ ਤੂੰ ਮੂੰਹ ਧੋ ਕੇ ਆ ਜਾ ਮਰ ਜਾਣਿਆ ਹੈ। ਇਹ ਕਿਹੜੀਆਂ ਗੱਲਾਂ ਕਰਦੇ ਪਏ ਨੇ ਬਈ ਤੁਸੀਂ? ਅੱਛਾ, ਪਹਿਲੀ ਗੱਲ ਆ ਮੁੱਖ ਮੰਤਰੀ ਸਾਹਿਬ ਉਹ ਜਾਂਦੇ ਤੇ ਲੋਕਾਂ ਨੂੰ ਕਹਿੰਦੇ ਵੀ ਆਹ ਵੇਖ ਲਓ, ਮੈਂ ਆਪਣਾ ਭਾਸ਼ਣ ਦੇਣ ਲੱਗਿਆ, ਆਹ ਵੇਖ ਲਓ ਇਹ ਇੱਥੋਂ ਚੱਲੇ ਆ। ਗੱਲ ਤੇ ਇਹੀ ਕਹਿਣੀ ਸੀ ਨਾ, ਇੰਨੀ ਕਹਿਣੀ ਸੀ। ਸਹੀ ਗੱਲ। ਸਭ ਤੋਂ ਵੱਡਾ ਜਿਹੜਾ ਇਸ ਵੇਲੇ ਕਹਿ ਲਈਏ ਕਿ ਇੱਕ ਵਿਵਾਦ ਛਿੜਿਆ ਹੋਇਆ, ਉਹ ਹੈ ਸੁਖਵਿੰਦਰ ਕੋਟਲੀ ਜੀ ਦਾ ਦੋਸ਼ ਹੈ ਜਿਹੜਾ। ਠੀਕ ਹੈ ਜੀ। ਉਹ ਕਹਿੰਦੇ ਆ ਉਹ ਆ ਕੇ ਰੋਏ ਨੇ ਬਾਹਰ, ਉਹ ਰੋ ਪਏ ਆ। ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਨੇ ਮੇਰਾ ਖੁਦ ਦਾ ਉੱਥੇ ਅਪਮਾਨ ਕੀਤਾ ਹੈ। ਇੱਕ ਐਸੀ ਬੰਦੇ ਦਾ, ਇੱਕ ਐਸੀ ਨੁਮਾਇੰਦੇ ਦਾ ਮੈਂ ਲੜਾਈ ਲੜਦਾ ਰਿਹਾ ਐਸੀ ਭਾਈਚਾਰੇ ਲਈ। ਜੇ ਮੈਂ ਉੱਥੇ ਆਖਿਆ ਕਿ ਬਈ ਡਿਪਟੀ ਸੀਐਮ ਦਲਿਤ ਬਣਾ ਦਿਓ, ਇਹਨਾਂ ਗੱਲ ਨਹੀਂ ਸੁਣੀ ਤੇ ਮੈਂ ਨਾਅਰੇਬਾਜ਼ੀ ਕੀਤੀ ਹੈ, ਤੇ ਮੁੱਖ ਮੰਤਰੀ ਮੇਰੇ ਵੱਲ ਉਂਗਲ ਕਰਕੇ ਕਹਿੰਦੇ ਇਹਨੂੰ ਕਿਹੜਾ ਦੌਰਾ ਪੈ ਗਿਆ, ਇਹਨੂੰ ਛਿੱਤਰ ਸੰਘਾਓ। ਅੱਛਾ, ਇਹ ਬਹੁਤ ਵੱਡੀ ਗੱਲ ਹੈ ਪ੍ਰਵੀਨ ਜੀ। ਤੁਸੀਂ ਕਿਸੇ ਛੋਟੇ ਵੱਡੇ ਦੀ ਲਿਹਾਜ਼ ਕਰਨੋਂ ਹੀ ਹਟ ਗਏ ਹੋ। ਹਾਲਾਂਕਿ ਇਹਨਾਂ ਨੇ ਦੋਸ਼ ਨਕਾਰੇ ਨੇ, ਖੁਦ ਚੀਮਾ ਸਾਹਿਬ ਅੱਗੇ ਆਏ, ਉਹਨਾਂ ਨੇ ਕਿਹਾ ਕਿ ਨਹੀਂ ਕਿਸੇ ਦਾ ਅਪਮਾਨ ਨਹੀਂ ਹੋਇਆ, ਪਰ ਕੋਈ ਠੋਸ ਇਹਦੇ ਤੇ ਕੋਈ ਸਪਸ਼ਟੀਕਰਨ ਨਹੀਂ ਹੈ। ਕੱਲ ਨੂੰ ਪ੍ਰੈਸ ਦੇ ਉੱਥੇ ਜਿਹੜੇ ਬੰਦੇ ਮੌਜੂਦ ਆ, ਜੇ ਉਹਨਾਂ ਨੇ ਲਿਖ ਦਿੱਤਾ, ਛਾਪ ਦਿੱਤਾ ਕਿ ਹੋਇਆ, ਕਿੱਧਰ ਨੂੰ ਜਾਓਗੇ? ਜੀ ਬਿਲਕੁਲ।
ਤਾਂ ਗੱਲ ਇਹ ਆ ਕਿ ਇਹ ਸਭ ਕੁਝ ਕੋਈ ਬੰਦਾ ਆ ਕੇ ਇਸ ਤਰ੍ਹਾਂ ਨੁਮਾਇੰਦਾ ਕੋਈ ਰੋਂਦਾ ਹੈ, ਹੂੰ ਝੂਠਾ ਕੋਈ ਬੰਦਾ ਆ ਕੇ ਰੋਂਦਾ ਹੈ, ਕੋਈ ਗੱਲ ਹੋਈ ਹੋਏਗੀ ਤੇ ਤਦੇ ਸਿਆਣੇ ਬਣੇ ਪੜ੍ਹੇ ਲਿਖੇ ਆਦਮੀ ਨੇ ਉਹ, ਹੂੰ ਕਦੇ ਤੁਸੀਂ ਉਹਨਾਂ ਨੂੰ ਕੰਟਰੋਵਰਸੀ 'ਚ ਨਹੀਂ ਵੇਖਿਆ ਹੋਏਗਾ। ਜੀ ਜੀ ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਅੱਜ ਹੋਈਆਂ ਨੇ ਦੁਖਦ ਨੇ, ਹੂੰ ਦੁਖਦ ਨੇ। ਅੱਛਾ, ਕਹਿਣਾ ਕੀ ਆ, ਮਾਨ ਦੇ ਸਮਰਥਕਾਂ ਨੇ ਕਹਿਣਾ ਵੇਖੋ ਮੰਜੀ ਠੋਕ ਦਿੱਤੀ, ਹਾਂਜੀ ਹਾਂਜੀ ਬਿਲਕੁਲ ਪੰਨੂ ਸਾਹਿਬ ਤੇ ਰੀਲਾਂ ਕੱਟ ਕੇ ਪਾਈ ਜਾਂਦੇ ਨੇ। ਹੂੰ ਅੱਛਾ, ਉਹਨਾਂ ਦੇ ਸਮਰਥਕ ਕਹਿਣਗੇ ਕਿ ਭਾਈ ਵੇਖੋ ਮੰਜੀ ਠੋਕ ਦਿੱਤੀ ਹੈ, ਕਾਂਗਰਸੀ ਕਹਿਣਗੇ ਕਿ ਮੁੱਖ ਮੰਤਰੀ ਦੇ ਲੱਛਣ ਵੇਖ ਲਓ। ਹਾਂਜੀ ਹਾਂਜੀ ਦੋਨੇ ਤੇ ਨੇ। ਪਰ ਗੱਲ ਇਹ ਕਿ ਸਾਡੇ ਮੁੱਦਿਆਂ ਨੂੰ ਤੇ ਜਿੰਦਰਾ ਮਾਰ ਆਏ ਜੇ ਨਾ, ਹੂੰ ਸਾਡਾ ਤੇ ਬੇੜਾ ਗਰਕ ਕਰਨ ਡਏ ਜੇ ਤੁਸੀਂ। ਬਿਲਕੁਲ ਇੱਕ ਦਿਨ ਦੀ ਬੈਠਕ ਦਾ, ਸਿਟਿੰਗਾਂ ਦਾ ਕਿੰਨਾ ਖਰਚਾ ਹੈ, ਹੂੰ ਕਰੋੜ ਤੋਂ ਉੱਪਰ। ਬਹਿਸ ਹੋਣੀ ਚਾਹੀਦੀ ਸੀ। ਅੱਛਾ, ਬਹਿਸ ਹੋਣੀ ਚਾਹੀਦੀ ਆ, ਤੁਸੀਂ ਮਤਲਬ ਕਿ ਬਜਟ ਲੈ ਕੇ ਆ ਰਹੇ ਹੋ, ਬਜਟ ਤੇ ਬਹਿਸ ਕਰੋ, ਬਜਟ ਤੇ ਸਾਰਥਕ ਤਰੀਕੇ ਨਾਲ ਗੱਲਬਾਤ ਕਰੋ। ਹੂੰ ਇਹ ਵਿਰੋਧੀ ਧਿਰ ਦੀ ਵੀ ਭੂਮਿਕਾ ਅੱਛੀ ਹੋਣੀ ਚਾਹੀਦੀ ਹੈ, ਸੱਤਾਧਾਰੀ ਧਿਰ ਦੀ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਹੂੰ ਕਿ ਡੀਰੇਲ ਵਿਰੋਧੀ ਧਿਰ ਕਰਦੀ ਵੀ ਤੁਸੀਂ ਨਾ ਹੋਵੋ, ਹਾਂਜੀ ਹਾਂਜੀ ਤੁਸੀਂ ਕਹੋ ਕਿ ਅਸੀਂ ਤੇ ਬਈ ਮੁੱਦਿਆਂ ਦੀ ਗੱਲ ਕਰਨੀ ਆ। ਸੋ ਆ ਸੂਰਤ ਹਾਲ ਆ, ਕੋਈ ਕਿਸੇ ਤੋਂ ਘੱਟ ਨਹੀਂ, ਕੋਈ ਸੱਪ ਆ, ਕੋਈ ਬਿੱਛੂ ਆ, ਕੋਈ ਠੂਆ। ਮੈਂ ਤੇ ਮੁੱਖ ਦੀ ਗੱਲ ਆਖੂੰਗਾ, ਜੀ ਹਰੇਕ ਬੰਦਾ ਉੱਥੇ ਵੱਤਰ ਪਾਉਂਦਾ, ਪਰ ਮੈਂ ਵਾਰ-ਵਾਰ ਆਖੂੰਗਾ ਤੇ ਜ਼ਿੰਮੇਵਾਰੀ ਨਾਲ ਆਖੂੰਗਾ, ਸਭ ਤੋਂ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਆ। ਪਰ ਕੀ ਕਰੀਏ, ਮੁੱਖ ਮੰਤਰੀ ਨੂੰ ਇਤਬਾਰ ਹੀ ਨਹੀਂ ਆਉਂਦਾ ਕਿ ਮੁੱਖ ਮੰਤਰੀ ਆ। ਜੀ ਤੇ ਉਧਰ ਮੈਨੂੰ ਜੀ ਆਟਾ ਦਾਲ ਸਕੀਮ ਤੇ ਬਵਾਲ ਉੱਠ ਗਿਆ ਜੀ, ਸਵਾਲ ਉੱਠ ਗਿਆ। ਹਾਂਜੀ, ਦੇਖੋ ਆਟਾ ਦਾਲ ਸਕੀਮ ਤੇ ਅਕਾਲੀ ਦਲ ਨੇ ਸਵਾਲ ਚੁੱਕੇ ਆ। ਤਾਂ ਉਹਨਾਂ ਨੇ ਕਿਹਾ ਕਿ ਇੱਕ ਤੇ ਇਹ ਆ ਕਿ ਜਿਹੜੀਆਂ ਫਰਮਾਂ ਨੇ 3, ਤੇ ਇਹ ਜਿਹੜੀਆਂ ਫਰਮਾਂ, ਇਹਨਾਂ ਚੋਂ 2 ਫਰਮਾਂ ਦਾ ਤਾਂ ਮਾਲਕ ਇੱਕੋ ਹੈ, ਤੇ ਜਿਸ ਤਰ੍ਹਾਂ ਸ਼ਰਤਾਂ ਰੱਖੀਆਂ ਗਈਆਂ ਇਹਨਾਂ ਨੂੰ ਹੀ ਟੈਂਡਰੋਂ ਜਾਣਾ ਸੀ, ਤੇ ਟੈਂਡਰਿੰਗ ਵਾਸਤੇ ਜੋ ਅਗਾਊ ਇਸ਼ਤਿਹਾਰ ਦਿੱਤੇ ਜਾਂਦੇ ਕਿਤੇ ਛਪਾਏ ਨਹੀਂ ਗਏ। ਦੂਜਾ ਇਹ ਆ ਕਿ ਕਹਿੰਦੇ ਆ ਕਿ ਇੱਥੇ ਪੰਜਾਬ ਸਰਕਾਰ ਦੀ ਇੱਕ ਮਸ਼ਹੂਰੀ ਲੱਗਣੀ ਆ, ਯਾਨੀ ਬੈਗ ਤੇ ਉਹਦਾ ਪੰਜਾਬ ਸਰਕਾਰ ਨੂੰ ਕਰੀਬ 10 ਰੁਪਏ ਦੇ ਹਿਸਾਬ ਨਾਲ ਖਰਚਾ ਪੈਣਾ। ਨਾਲ ਜਿਹੜਾ ਇੱਕ ਮਹੀਨੇ ਦਾ ਟੈਂਡਰ ਹੋਇਆ ਉਹ 7,92,765 ਰੁਪਏ ਚ ਕੀਤਾ ਗਿਆ, ਜਿਸ ਦਾ ਕਿ ਪੰਜਾਬ ਸਰਕਾਰ ਨੂੰ 17 ਕਰੋੜ 60 ਲੱਖ ਦਾ ਖਰਚ ਹੋਏਗਾ। ਮਤਲਬ ਇੱਕ ਮਹੀਨੇ ਦਾ ਇੰਨਾ ਟੈਂਡਰ ਤੇ 10 ਰੁਪਏ ਦੇ ਹਿਸਾਬ ਨਾਲ ਉਹਨਾਂ ਨੇ ਲਗੋਤਮ ਕੱਢੀ ਹੈ ਭਾਈ ਸਾਰੀ। ਤੇ ਨਾਲ ਉਹ ਕਹਿੰਦੇ ਕਿ ਵੇਅਰ ਹਾਊਸ ਤੋਂ ਇਹ ਕਣਕ ਇਹਨਾਂ ਕੰਪਨੀਆਂ ਕੋਲ ਜਾਏਗੀ ਤੇ ਦੁਬਾਰਾ ਮਾਨ ਸਰਕਾਰ ਦੀ ਮਸ਼ਹੂਰੀ ਵਾਲੇ ਬੈਗ 'ਚ ਪੈਕ ਹੋਣ ਲਈ ਜਾਵੇਗੀ, ਤਾਂ ਸਿਰਫ ਰੀਪੈਕਿੰਗ ਲਈ ਸਰਕਾਰ ਨੂੰ ਪਰ ਕਿਲੋ 3 ਰੁਪਏ ਦੇਣੇ ਪੈਣਗੇ, ਯਾਨੀ ਕਿ 32 ਕਰੋੜ ਰੁਪਈਆ ਸਿਰਫ ਰੀਪੈਕਿੰਗ ਵਾਸਤੇ 1 ਮਹੀਨੇ ਦਾ ਦਿੱਤਾ ਜਾਏਗਾ। ਜੇ ਪੂਰੇ ਸਾਲ ਦਾ ਲਾਈਏ ਤੇ 384 ਕਰੋੜ ਬਣੇਗਾ। ਪੰਜਾਬ ਸਰਕਾਰ ਅੱਗੇ ਕਹਿੰਦੇ ਕਿ ਬਾਰਦਾਨੇ ਦਾ ਕੋਈ ਵੇਰਵਾ ਨਹੀਂ ਦੇ ਰਹੀ ਜੀ, ਇਸ ਪੈਕਿੰਗ ਕਰਨ ਲਈ ਕਰੀਬ 9 ਕਰੋੜ 60 ਲੱਖ ਦਾ ਬਾਰਦਾਨਾ ਲੱਗੇਗਾ, ਜਿਸ ਦਾ ਕਿਤੇ ਕੋਈ ਵੇਰਵਾ ਨਹੀਂ। ਮਤਲਬ ਕਿ ਸਾਲ ਦਾ 120 ਕਰੋੜ ਸਿੱਧਾ ਹੀ ਇਹਨਾਂ ਕੰਪਨੀਆਂ ਨੂੰ ਜਾਵੇਗਾ। ਹੁਣ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਉਹਨਾਂ ਦੇ ਤੱਥ ਨੇ, ਅੰਕੜੇ ਨੇ, ਕਿਉਂਕਿ ਇਹ ਲਿਆਉਂਦੇ ਕੱਢ ਕੇ ਉਹ ਜਿਹੜਾ ਉਹ ਸੁਖ ਵਿਲਾਸ ਆ ਉਹਦੇ ਤੇ ਇਹ ਹੁਣ ਮੌਜੂਦਾ ਕੱਢੀ ਲਿਆਉਂਦੇ ਨੇ। ਅਸੀਂ ਸਾਡੀ ਟੀਮ ਨੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ, ਤਰਜਮਾਨ ਆ, ਉਹਨਾਂ ਨਾਲ ਗੱਲ ਕਰਨ ਦਾ ਯਤਨ ਕੀਤਾ, ਪਰ ਉਹਨਾਂ ਕਹਿੰਦੇ ਨਹੀਂ ਇਹ ਦੋਸ਼ ਬੇਬੁਨਿਆਦ, ਯਾਨੀ ਸਰਕਾਰ ਦੀ ਕੋਈ ਠੋਸ ਸਫਾਈ ਨਹੀਂ ਹੈ ਇਹਦੇ ਤੇ। ਕਿਉਂਕਿ ਅੱਗੇ ਵੀ ਮੈਂ ਅੱਗੇ ਕਾਗਜ਼ ਕੱਢ ਕੇ ਤੇ ਇੱਥੇ ਦੱਸਿਆ ਸੀਗਾ ਪੰਜਾਬੀਆਂ ਨੂੰ, ਪਰ ਸਾਡੇ ਵਰਗਿਆਂ ਦੀਆਂ ਗੱਲਾਂ ਕੌਣ ਸੁਣਦਾ ਜੀ, ਐਵੇਂ ਰੌਲਾ। ਅੱਗੇ ਵੀ ਖੇਤੀਬਾੜੀ ਤੇ ਇੱਕ ਕੰਪਨੀ ਨੂੰ ਇਸੇ ਤਰ੍ਹਾਂ ਹੀ ਕੰਮ ਦਵਾਇਆ ਗਿਆ। ਇੱਥੇ ਦਿੱਲੀ ਦੀ ਫਰਮ ਹੈ ਤਾਂ ਉਹਦਾ ਕੰਮ ਪਤਾ ਕੀ ਹੈ ਕਿ ਉਹਨੇ ਸਾਡੇ ਖੇਤੀ ਮਾਹਰਾਂ ਨੂੰ ਗਾਈਡ ਕਰਨਾ ਹੈ। ਇਹ ਦੱਸੋ ਕਿ ਪੰਜਾਬ ਦੀ ਖੇਤੀ ਦੀ ਐਕਸਪਰਟੀ ਨੂੰ ਕੋਈ ਬੰਦਾ ਗਾਈਡ ਕਰ ਸਕਦਾ? ਤੇ ਕਰਨਾ ਕੀ ਹੈ, ਕੋਈ ਹੋਰ ਕੁਝ ਹੈ ਹੀ ਨਹੀਂ ਇੱਥੇ। ਕਣਕ ਝੋਨਾ ਜਾਂ ਜੋ ਉਹਦੀ ਐਕਸਪਰਟੀ ਤੇ ਸਾਡੇ ਕੋਲ ਜਿੰਨੀ ਮਰਜ਼ੀ ਲੈ ਲਓ, ਅਸੀਂ ਦੱਸ ਦਿਆਂਗੇ ਕਿ 60 ਮਣ ਕਿੰਨੇ ਗੱਟੇ ਪਾ ਕੇ ਯੂਰੀਆ ਕੱਢੀ ਦੀ ਹੈ। ਸਾਡੇ ਤੇ ਜਵਾਕਾਂ ਨੂੰ ਪਤਾ ਹੁੰਦਾ, ਕਹਿੰਦੇ ਪਾਪਾ 6 ਗੱਟੇ ਵੀ ਪਾ ਦਿੰਦਾ ਕਿੱਲੇ ਦੇ। ਬਿਲਕੁਲ। ਤੇ ਗੱਲ ਇਹ ਹੈ ਕਿ ਕਿਹੜੀ ਗਾਈਡੈਂਸ ਤੇ ਕੀ ਉਹਦਾ ਆਊਟਪੁੱਟ ਹੈ? ਕੁਛ ਨਹੀਂ। ਬਸ ਇਹ ਆ ਕਿ ਭਾਈ ਆਪਣੇ ਬੰਦੇ ਖੁਸ਼ ਕਰਨੇ,
ਤਾਂ ਪਿਛਲਾ ਚੀਫ ਹੁੰਦਾ ਸੀ ਜਿਹੜਾ ਖੇਤੀਬਾੜੀ ਚੀਫ, ਉਹਦੀ ਐਕਸਟੈਂਸ਼ਨ ਉਹਦੀ ਰੌਲਾ ਰੌਲਾ ਅਸੀਂ ਬਥੇਰਾ ਪਾਇਆ ਸੀ। ਉਸ ਤੋਂ ਬਾਅਦ ਫਿਰ ਉਹਦੀ ਵਿਦਾਇਗੀ ਹੋਈ ਹੈ, ਪਰ ਉਹ ਫਰਮ ਲੈ ਗਈ ਸੀ। ਤਾਂ ਇਸ ਤਰ੍ਹਾਂ ਹੈ ਕਿ ਬਈ ਸਾਰਾ ਕੁਝ ਚੱਲਦਾ ਹੈ, ਪਰ ਪੰਜਾਬ ਸਰਕਾਰ ਦਾ ਜਵਾਬ ਜਿਹੜਾ ਕੋਈ ਪੁਖਤਾ ਨਹੀਂ ਆਇਆ ਹਾਲੇ ਤੱਕ। ਜੀ। ਤੇ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਤੇ ਬਜਟ ਤੋਂ ਪਹਿਲਾਂ ਸਿੱਧੂ ਸਾਹਿਬ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਲਾਏ ਆ ਜੀ। ਦੇਖੋ, ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਜਿਹੜੀ ਹੈ ਨਾ, ਉਹ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਠੀਕ ਇਸ ਪੱਖ ਤੋਂ ਤੁਸੀਂ ਆਖ ਸਕਦੇ ਹੋ ਕਿ ਉਹ ਵਾਹਿਦ ਨੇਤਾ ਇਸ ਵੇਲੇ ਜਿਹੜਾ ਇਕਨੋਮੀ ਤੇ ਗੱਲ ਕਰਦਾ ਤੇ ਇਕਨੋਮੀ ਬਾਰੇ ਕੋਈ ਅੱਛੀ ਸਮਝ ਵੀ ਰੱਖਦਾ, ਇਹਦੇ 'ਚ ਕੋਈ ਸ਼ੱਕ ਨਹੀਂ ਜੀ ਜੀ। ਪਰ ਹਜ਼ੂਰ ਇਹ ਹੈਗੇ ਆ ਪੀਸੀ ਮਾਰਕਾ ਨੇਤਾ, ਸ਼ੇਅਰ ਮਾਰਕਾ ਨੇਤਾ, ਐਕਸ ਮਾਰਕਾ ਨੇਤਾ। ਤੁਹਾਡੀ ਜਿਹੜੀ ਫੋਲੋਇੰਗ ਆ, ਉਹਨੇ ਤੁਹਾਡੀ ਗੱਲ ਸੁਣ ਲਈ, ਵਾਹ ਵਾਹ ਕਰ ਦਿੱਤੀ, ਜਾਂ ਚਲੋ ਅਸੀਂ ਸਾਡਾ ਕੰਮ ਆ, ਅਸੀਂ ਆ ਕੇ ਇੱਥੇ ਖਬਰ ਪੜ੍ਹ ਦਿੱਤੀ, ਕਰ ਦਿੱਤੀ, ਵਿਸ਼ਲੇਸ਼ਣ ਕਰ ਦਿੱਤਾ, ਤੁਹਾਡੇ ਤੱਕ ਪਹੁੰਚ ਗਈ। ਪਰ ਹਾਂ ਗੱਲਾਂ ਦਾ ਜਦੋਂ ਤੱਕ ਸਧਾਰਨ ਆਮ ਬੰਦੇ ਨੂੰ ਨਹੀਂ ਪਤਾ ਲੱਗੇਗਾ, ਉਹਨੂੰ ਤੁਸੀਂ ਇਕਨੋਮੀ ਨਹੀਂ ਸਮਝਾਓਗੇ, ਪੜ੍ਹਾਓਗੇ, ਕਿਵੇਂ ਚੱਲੇਗਾ ਕੰਮ? ਉਹਦੇ ਵਾਸਤੇ ਤੁਹਾਨੂੰ ਗਰਾਊਂਡ ਤੇ ਕੰਮ ਕਰਨਾ ਪੈਂਦਾ। ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹ ਕੀਤੀਆਂ ਸੀਗੀਆਂ, ਤੁਹਾਨੂੰ ਪਤਾ ਹੀ ਹੈ, 2-3 ਕਾਨਫਰੰਸਾਂ। ਉੱਥੇ ਵੀ ਕੀ ਆ, ਸਾਰੀ ਕੰਮ ਦੀ ਗੱਲ ਕਰਕੇ ਮੁੜ ਕੇ ਜੀਜਾ ਸਾਲੀ, ਬਸ ਉੱਥੇ ਆ ਕੇ ਤੇ ਗਰਾਰੀ ਅੜ ਜਾਂਦੀ ਹੈ। ਮਤਲਬ ਕਿ ਸਾਰੀ ਖੀਰ ਰਿੰਨ ਕੇ ਖੇ ਪਾ ਦਿੰਦੇ ਐਂਡ 'ਚ। ਕੀ ਉਹ ਕਹਿੰਦੇ ਹੁੰਦੇ ਆ, ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ, ਗੁਰੂ ਖੜੈਕ ਖੜੈਕ। ਉਹ ਕੀ ਤਮਾਸ਼ੇ ਨੇ ਯਾਰ। ਜੇਲ੍ਹ 'ਚ ਤਾਂ ਬੰਦਾ ਠੰਡਾ ਹੋ ਕੇ ਆਉਂਦਾ ਹੈ, ਪਤਾ ਨਹੀਂ ਜੇਲ੍ਹ 'ਚ ਹੋਰ ਕੀ ਉੱਥੇ ਖਾਂਦੇ ਰਹੇ ਨੇ, ਤੇ ਸਗੋਂ ਤੱਤੇ ਵਗਣ ਗਿਆ। ਤਾਂ ਖੈਰ ਇਹਨਾਂ ਨੇ ਅੱਜ ਫਿਰ ਦੱਸਿਆ ਕਿ 2 ਸਾਲਾਂ 'ਚ 67,000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਪੰਜਾਬ ਸਰਕਾਰ ਨੇ, ਤੇ ਇਹ ਪਹਿਲੀ ਸਰਕਾਰ ਹੈ ਜਿੰਨਾ 1 ਸਾਲ ਦੇ ਵਿੱਚ 20,000 ਕਰੋੜ ਦਾ ਕਰਜ਼ਾ ਚੁੱਕਿਆ। ਰੇਤ ਦੀ ਟਰਾਲੀ ਜਿਹੜੀ ਹੈ ਇਹ 2,000 ਰੁਪਏ 'ਚ ਦੇਣ ਦਾ ਦਾਅਵਾ ਕਰਦੇ ਸੀ, ਪਰ ਕੀਮਤ ਇਹਨਾਂ ਸਾਰੇ ਰੇਟਾਂ ਤੋਂ ਕਿਤੇ ਵੱਖਰੀ ਹੈ। ਮਤਲਬ ਗੱਲ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਗੱਲਾਂ ਸਹੀ ਨੇ ਜੀ, ਪਰ ਹੁਣ ਹਾਂ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਲੋਕਾਂ ਨੂੰ ਲੋਕਾਂ ਦੀ ਭਾਸ਼ਾ 'ਚ, ਲੋਕਾਂ ਦੀ ਸਾਥ 'ਚ ਜਾ ਕੇ ਨਾ ਸਮਝਾ ਪਾਓ, ਤਾਂ ਤੁਹਾਡਾ ਜਿਹੜਾ ਆਪੋਜੀਸ਼ਨ ਦਾ ਰੋਲ ਹੈ ਨਾ, ਉਹ ਸਹੀ ਨਹੀਂ ਆ। ਉਹਨੂੰ ਵੀ ਸਹੀ ਨਹੀਂ ਕਹੂੰ, ਪਰ ਅੱਜ ਕੱਲ ਰਾਜਨੀਤੀ ਹੋਈ ਫੇਸਬੁੱਕ ਮਾਰਕਾ ਗਈ ਹੈ। ਲਹਿਰਾਂ ਬੰਨਣੀਆਂ, ਲਹਿਰਾਂ ਉਸਣੀਆਂ, ਜਾ ਕੇ ਲੋਕਾਂ ਨੂੰ ਜਾਗਰਿਤ ਕਰਨਾ, ਉਹ ਸਾਰੀਆਂ ਚੀਜ਼ਾਂ ਇੱਥੋਂ ਮਨਫੀ ਹੋ ਚੁੱਕੀਆਂ ਨੇ। ਤੇ ਜਾਂ ਤਾਂ ਤੁਹਾਡਾ ਨੈਟਵਰਕ ਹੀ ਇੰਨਾ ਵਿਸ਼ਾਲ ਹੋਵੇ ਕਿ ਲੋਕ ਤੁਹਾਡੀ ਗੱਲ ਜਿਹੜਾ ਹਰੇਕ ਬੰਦਾ ਸੁਣਦਾ ਹੋਵੇ, ਉਹਨੂੰ ਸਮਝਦਾ ਹੋਵੇ, ਤੁਸੀਂ ਪੜ੍ਹਾਈ ਚਲੋ, ਕੋਚਿੰਗ ਸੈਂਟਰ ਹੀ ਖੋਲੋ ਇੱਕ ਤਰ੍ਹਾਂ ਨਾਲ। ਇਹ ਆ ਕਿ ਇਹ ਆਪਣੀ ਰਾਜਨੀਤੀ ਤੇ ਕਰ। ਹਾਲਾਂਕਿ ਅੱਜ ਜਿਹੜਾ ਭਗਵੰਤ ਮਾਨ ਹੋਰਾਂ ਨੇ ਤੰਜ਼ ਕੱਸਿਆ ਸੀਗਾ, ਤੇ ਉਹਦੇ ਤੇ ਵੀ ਇਹਨਾਂ ਨੇ ਜਵਾਬ ਦਿੱਤਾ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਇੱਕ ਹੋਰ ਇਹਨਾਂ ਦਾ ਮਿੱਤਰ ਪਿਆਰਾ ਹੈਗਾ, ਉਸ ਮਿੱਤਰ ਪਿਆਰੇ ਦਾ ਕੋਈ ਪਿਆਰਾ ਨਹੀਂ। ਉਹਦੀ ਹਾਲਤ ਟ੍ਰੇਨ ਵਾਂਗੂ ਹੋ ਗਈ ਜੋ ਕਠੂਆ ਤੋਂ ਬਿਨਾਂ ਡਰਾਈਵਰ ਦੌੜਦੀ ਫਿਰ ਰਹੀ ਸੀ ਜੀ। ਇਹ ਟ੍ਰੇਨ ਨਾ ਪਟੜੀ ਤੋਂ ਲੈਂਦੀ ਹੈ ਤੇ ਨਾ ਹੀ ਰੁਕਦੀ ਹੈ, ਬਹੁਤ ਖਤਰਨਾਕ ਹੈ। ਦੇਖੋ, ਜਿਹੜਾ ਬੰਦਾ ਉੱਥੇ ਹਾਊਸ ਦਾ ਹਿੱਸਾ ਹੀ ਨਹੀਂ ਹੈਗਾ, ਹਾਲਾਂਕਿ ਨਾਂ ਨਹੀਂ ਲਿਆ, ਤਾਂ ਗੱਲ ਇਹ ਆ ਕਿ ਨਿੱਜੀ ਹਮਲੇ ਦਾ ਜਵਾਬ ਇਹਨਾਂ ਨੇ ਤਿੱਖਾ ਨਹੀਂ ਜਵਾਬ ਦਿੱਤਾ। ਕਹਿੰਦੇ ਕਿ ਜੋ ਮੈਂ ਕੋਈ ਨਾ ਉਹ ਗਲਤ ਨਹੀਂ ਹੈਗਾ ਕਿ ਗੰਦਾ ਹੋ ਜਾਵਾਂਗਾ ਨਿੱਜੀ, ਕੁਛ ਇਸ ਤਰ੍ਹਾਂ ਦੇ ਇਹਨਾਂ ਨੇ ਜਵਾਬ ਦਿੱਤੇ ਆ ਕਿ ਮੈਂ ਨਿੱਜੀ ਹਮਲੇ ਦਾ ਜਵਾਬ ਨਹੀਂ ਦਿੰਦਾ। ਚਲੋ ਠੀਕ ਹੈ, ਸਿਆਣਪ ਆ, ਪਰ ਗੱਲ ਇਹ ਆ ਕਿ ਇਕਨੋਮੀ ਦੀ ਰਾਜਨੀਤੀ ਉਹ ਆਪਣੀ ਜਗ੍ਹਾ ਤੇ ਹੈਗੀ ਹੈ, ਠੀਕ ਹੈ, ਦਰੁਸਤ ਆ, ਪਰ ਉਹ ਪਹੁੰਚ ਨਹੀਂ ਰਹੀ। ਜ਼ੋਰ ਅਸੀਂ ਵੀ ਬਥੇਰਾ ਲਾਉਨੇ ਆ, ਇੱਥੋਂ ਦੇ ਬੰਦੇ ਨਹੀਂ ਸੁਣ ਕੇ ਨਹੀਂ ਰਾਜੀ, ਪਰ ਲੀਡਰ ਦਾ ਕੰਮ ਹੈ ਕਿ ਜਿਹੜੀ ਗੱਲ ਸੁਣ ਕੇ ਇੱਥੋਂ ਦੇ ਰਾਜੀ ਨਹੀਂ, ਸਮਝ ਕੇ ਰਾਜੀ ਨਹੀਂ, ਉਹਨਾਂ ਨੂੰ ਜਚਾਇਆ ਜੀ। ਤੇ NRI ਨੂੰ ਗੋਲੀਆਂ ਨਾਲ ਭੁੰਨਤਾ ਜੀ, ਮੌਤ ਹੋ ਗਈ। ਹਾਂਜੀ, ਦੇਖੋ, ਇਹ ਕੋਈ NRI ਸੀਗਾ, ਆਸਟ੍ਰੇਲੀਆ 'ਚ ਕੰਮ ਕਰਦਾ ਸੀਗਾ, ਉੱਥੋਂ ਆਇਆ, ਮੁੰਡਾ ਹੀ ਸੀਗਾ, ਮੁੰਡਾ ਖੁੰਡਾ ਹੀ ਸੀਗਾ, 30 ਕੁ ਸਾਲ ਹੀ ਉਮਰ ਹੋਣੀ ਆ, ਤੇ ਇਹ ਕਿਸੇ ਸ਼ਾਦੀ 'ਚ ਗਿਆ ਸੀ, ਥਾਰ ਗੱਡੀ ਤੋਂ ਪਰਤ ਰਿਹਾ ਸੀਗਾ। ਦੱਸਦੇ ਆ ਕਿ ਇਹਨੂੰ ਕਤਲ ਕਰਕੇ ਸੁੱਟਿਆ ਗਿਆ। ਘਰ ਵਾਲਿਆਂ ਦਾ ਕਹਿਣਾ ਕਿ ਇਹਦੇ ਢਿੱਡ 'ਚ ਗੋਲੀ ਲੱਗੀ ਹੋਈ ਸੀਗੀ। ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਦੇ ਨਾਲ ਸਾਡੀ ਕੋਈ ਰੰਜਿਸ਼ ਜਾਂ ਇਸ ਤਰ੍ਹਾਂ ਦੀ ਕੋਈ ਦੁਸ਼ਮਣੀ ਅਦਾਵਤ ਹੈ ਨਹੀਂ ਸੀਗੀ। ਪਰ ਇਹ ਕਿਸ ਤਰ੍ਹਾਂ ਹੋਇਆ, ਸਮਝ ਤੋਂ ਬਾਹਰ ਆ ਬਾਈ, ਕਿਉਂਕਿ ਇੱਥੇ ਮਾਹੌਲ ਤਾਂ ਬਹੁਤ ਖਰਾਬ ਹੈ ਜੀ। ਮਾਹੌਲ ਦਾ ਤਾਂ ਪੁੱਛੋ ਹੀ ਨਾ, ਬਹੁਤ ਔਖਾ ਹੈ। ਕਦੇ ਕਿਤੇ ਭੁੰਨ ਦਿੱਤਾ ਜਾਂਦਾ ਬੰਦਾ, ਕਦੇ ਕਿਤੇ ਭੁੰਨ ਦਿੱਤਾ ਜਾਂਦਾ। ਲਾਅ ਐਂਡ ਆਰਡਰ ਤੇ ਤਾਂ
ਗੱਲ ਅੱਛਾ ਤੁਸੀਂ ਦੇਖੋ ਜਦੋਂ ਇਹ ਅੱਜ ਇੱਥੇ ਆ ਕਰਨ ਡਏ ਸੀ ਨਾ ਕਾਰੇ ਸਦਨ ਚ, ਉਦੋਂ ਇੱਕੇ ਵੇਲੇ ਖਬਰਾਂ ਆਈਆਂ, ਮੈਂ ਟੈਲੀਵਿਜ਼ਨ ਵੇਖਣ ਡਿਆ ਸਾਂ ਇੱਕੋ ਵੇਲੇ, ਅੱਛਾ ਉਧਰੋਂ NRI, ਉਧਰੋਂ ਇੱਕ ਜੰਮੂ ਕਸ਼ਮੀਰ ਦਾ ਗੈਂਗਸਟਰ ਗੈਂਗਵਾਰ ਚ ਉਹਨਾਂ ਨੇ ਮੁਹਾਲੀ ਆ ਕੇ ਮਾਰਿਆ। ਵੇਖੋ ਕਿੰਨੀ ਸੇਫ ਜਗ੍ਹਾ ਬਣ ਗਈ ਹੈ ਪੰਜਾਬ। ਇਹ ਗੈਂਗਵਾਰ ਵੀ ਅਗਲਾ ਕਹਿੰਦਾ ਉੱਥੇ ਜਾ ਕੇ ਕਰ ਦਿਓ, ਕੋਈ ਚੱਕਰ ਨਹੀਂ। ਹਿਸਾਬ ਲਾ ਲਓ ਕਿ ਉਹ ਬਿਲਕੁਲ, ਮੈਂ ਕੱਲ ਹੀ ਉੱਥੋਂ ਆਇਆ ਜੀ, ਉਹ ਉਸ ਜਗ੍ਹਾ ਤੋਂ ਨਿਕਲਿਆ ਜਿੱਥੇ ਮਰਿਆ, ਤੇ ਇੰਨਾ ਉੱਥੇ ਭੀੜ ਭੜੱਕਾ ਹੈ। ਏਅਰਪੋਰਟ ਰੋਡ ਵੱਜਦਾ, ਉੱਥੇ CP ਮਾਲ ਖੁੱਲਿਆ ਹੁਣ, ਅੱਛਾ 67 ਸੈਕਟਰ ਦੀ ਲਾਈਟਾਂ ਦੇ ਗੁੱਟ ਤੇ, ਉੱਥੇ ਬੰਦਾ ਮਾਰ ਗਿਆ ਸਾਹਿਬ, ਭੁੰਨ ਗਏ। ਤਾਂ ਮਤਲਬ ਕਿ ਇਹਨਾਂ ਗੱਲਾਂ ਤੇ ਕੋਈ ਉੱਥੇ ਕੋਈ ਸਾਰਥਕ ਬਹਿਸ ਹੋਵੇ, ਕੋਈ ਨੀਤੀ ਬਣੇ, ਉਹਨਾਂ ਚੀਜ਼ਾਂ ਦੀ ਬਜਾਏ ਤੁਹਾਨੂੰ ਪਤਾ ਹੀ ਜੋ ਬਣ ਰਿਹਾ। ਖੈਰ ਜੀ, ਕੀ ਕਹਿ ਸਕਦੇ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਏ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।